श्री वाहिगुरु साहिब जी। डंडौत बंदन अनक बार, सर्व कला समरथ। डोलन ते राखो प्रभु, नानक दे कर हथ। तेरे कवन कवन गुण कह के गावा, तू साहिब गुणी निधाना। तुमरी महिमा बरन ना साको, तू ठाकुर उच्च भगवाना। सतनाम श्री वाहिगुरु साहिब जियो। महला पहला। लब पाप दोय राजा महता, कूड़ हुआ सिकदार। काम नेम सद पुछिए, बह बह करे विचार। लब पाप दोय राजा महता, कूड़ हुआ सिकदार। काम नेम सद पुछिए, बह बह करे विचार। अंधी रयत ज्ञान विहुणी, पाए परे मुरदार। ज्ञानी नचैं वाजे वावें, रूप करें सिंगार। ऊँचे कूकें वादा गावें, जोधा का विचार। मूरख पंडित हिकमत हुज्जत, संजय करें प्यार। धर्मी धर्म करें गावावें, मंगे मोख द्वार। जति सदावें जुगत ना जाने, छड़ बें घर बार। सबको पूरा आपे होवे, घट न कोई आखे। पत परवाणा पिछे पाइए, ता नानक तोलिया जापे। महला पहला। वदिस वजग नानका, सच्चा वेखै सोए। सबनी छालां मारियां, करता करे सुहोए। अगे जात ना जोर है, अगे जियो नवें। जिनकी लेखे पत पवे, चंगे सेई के। अगे जात ना जोर है, अगे जियो नवें। जिनकी लेखे पत पवे, चंगे सेई के। वाहिगुरु जी का खालसा, वाहिगुरु जी की फतेह। जुगो जुग अटल, धन धन सतगुरु श्री गुरु ग्रंथ साहिब महाराज जी दी पावन हजूरी विराजमान गुरु की साथ संगत। सतगुरां दी अपार बख्शिश हुई है, जो सानू सत्संगत दियां ये घड़ियां प्राप्त होईयां ने। अपनियां मनोवृत्तियां नूं एकागर करिए, गुरचरनां नाल अपने चित्त नूं जोड़िए। सारे एक बारी प्रेम नाल आखो, सतनाम श्री वाहिगुरु। धन धन सतगुरु श्री गुरु नानक देव महाराज जी की महान बाणी। आसा की वार दी चल रही लड़ीवार विचार विच पिछले हफ्ते आपां 11वीं पौड़ी तो पहला जिहड़े 3 श्लोक ने उन्हां विचों पहले श्लोक की विचार की सी। सतगुरां ने उस श्लोक दे विच जो सानू उपदेश दिता सी, महाराज ने जो कलयुग का समा है अजकल का, उस दे विच जो वर्तारा वरत रहा है,
ਉਸ ਦੇ ਬਾਰੇ ਸਾਨੂੰ ਦੱਸਿਆ ਸੀ। ਲੋਕੀ ਧਰਮ ਦੇ ਮਾਰਗ ਤੋਂ ਕਿਉਂ ਭਟਕ ਰਹੇ ਨੇ, ਸਦਾਚਾਰ ਦੇ ਮਾਰਗ ਤੋਂ ਕਿਉਂ ਭਟਕ ਰਹੇ ਨੇ, ਪਰਮਾਤਮਾ ਤੋਂ ਕਿਉਂ ਦੂਰ ਹੋ ਰਹੇ ਨੇ, ਉਸ ਦੇ ਕੁਝ ਕਾਰਨ ਮਹਾਰਾਜ ਨੇ ਦੱਸੇ ਸਨ। ਅਤੇ ਇਸੇ ਕਰਕੇ ਮਹਾਰਾਜ ਨੇ ਆਖਿਆ ਸੀ ਕਿ ਕਲਯੁਗ ਦੇ ਸਮੇਂ ਵਿੱਚ ਕੂੜ ਦਾ ਹੀ ਵਰਤਾਰਾ ਹੈ, ਝੂਠ ਦਾ ਹੀ ਵਰਤਾਰਾ ਹੈ, ਅਤੇ ਇਸ ਕੂੜ ਦੇ ਕਰਕੇ ਮਨੁੱਖ ਪਾਪ ਕਰਮਾਂ ਵਿੱਚ ਪ੍ਰਵਿਰਤ ਹੋ ਰਿਹਾ ਹੈ, ਜਿਸ ਦੇ ਕਰਕੇ ਕਿ ਇਹ ਪਾਪਾਂ ਦੀ ਮੈਲ ਉਸ ਨੂੰ ਲੱਗ ਰਹੀ ਹੈ। ਅਤੇ ਸੰਸਾਰ ਦੇ ਮਨੁੱਖ ਇਉਂ ਸਮਝੋ ਜਿਵੇਂ ਕਿ ਭੂਤਨੇ ਹੋ ਗਏ ਨੇ, ਭੂਤਾਂ ਵਾਂਗ ਹੋ ਗਏ ਨੇ। ਕਾਰਨ ਹੈ ਮਨੁੱਖ ਦਾ ਮਨ ਦੁਫਾੜ ਹੈ, ਦੁਚਿੱਤੀ ਦੇ ਵਿੱਚ ਹੈ, ਦੁਬਿਧਾ ਦੇ ਵਿੱਚ ਹੈ। ਧਰਮ ਵੀ ਕਰਨਾ ਚਾਹੁੰਦਾ ਹੈ, ਪਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਅਧਰਮ ਵੀ ਕਰ ਰਿਹਾ ਹੈ। ਇਸ ਕਰਕੇ ਪਰਮਾਤਮਾ ਨਾਲ ਉਹਦਾ ਚਿੱਤ ਜੁੜਦਾ ਨਹੀਂ, ਧਰਮ ਨੂੰ ਅੱਗੇ ਨਹੀਂ ਰੱਖਦਾ। ਮਹਾਰਾਜ ਕਹਿੰਦੇ ਨੇ ਕਿ ਰੁੱਤ ਜਿਹੜੀ ਹੈ ਬੀਜ ਬੀਜਣ ਦੀ, ਚੰਗੀ ਹੋਵੇ, ਬੀਜ ਸਾਬਤ ਹੋਵੇ ਤੇ ਬੀਜ ਉਗ ਪੈਂਦਾ ਹੈ, ਪੌਦਾ ਉਗ ਪੈਂਦਾ ਹੈ, ਫਲ ਲੱਗਦੇ ਨੇ। ਪਰ ਇਹ ਜਿਹੜੀ ਰੁੱਤ ਹੈ, ਮਨੁੱਖਾ ਦੇਹ ਦੀ ਰੁੱਤ ਕਹਿ ਲਓ, ਇਸ ਦੇ ਵਿੱਚ ਜੇ ਮਨੁੱਖ ਆਪਣਾ ਮਨ ਇੱਕ ਕਰਕੇ ਮਨ ਦੇ ਵਿੱਚ ਨਾਮ ਦਾ ਸਾਬਤ ਬੀਜ ਨਹੀਂ ਬੀਜੇਗਾ, ਤੇ ਫਿਰ ਇਸ ਦੇ ਮਨ ਦੇ ਵਿੱਚ ਜੋ ਗਿਆਨ ਰੂਪੀ ਪ੍ਰਕਾਸ਼ ਹੈ, ਜੋ ਗਿਆਨ ਰੂਪੀ ਫਲ ਹੈ, ਉਹ ਪ੍ਰਾਪਤ ਨਹੀਂ ਹੋਏਗਾ। ਮਹਾਰਾਜ ਨੇ ਇਹਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਸੀ। ਉਸ ਵਿੱਚ ਦੂਜਾ ਪ੍ਰਮਾਣ ਦਿੱਤਾ ਸੀ ਮਹਾਰਾਜ ਨੇ ਕੋਰੇ ਕੱਪੜੇ ਦਾ, ਕਿ ਜੇ ਕੋਰੇ ਕੱਪੜੇ 'ਤੇ ਰੰਗ ਚਾੜਨਾ ਹੋਵੇ, ਉਸ ਨੂੰ ਪਹਿਲਾਂ ਉਸ ਦੀ ਪਾਹ ਲਾਉਣੀ ਪੈਂਦੀ ਹੈ, ਖੁੰਮ 'ਤੇ ਚੜ੍ਹਾਉਣਾ ਪੈਂਦਾ ਹੈ, ਤਾਂ ਹੀ ਉਸ 'ਤੇ ਰੰਗ ਚੜ੍ਹਦਾ ਹੈ। ਇਸੇ ਤਰੀਕੇ ਦੇ ਨਾਲ ਮਨੁੱਖ ਦਾ ਮਨ ਜੇ ਕੋਰਾ ਹੈ, ਉਸ 'ਤੇ ਰਾਮ ਦਾ ਨਾਮ ਰੰਗ ਜਿਹੜਾ ਹੈ ਨਹੀਂ ਚੜ੍ਹਦਾ। ਪਰਮਾਤਮਾ ਦੇ ਨਾਮ ਦਾ ਰੰਗ ਚਾੜਨ ਵਾਸਤੇ ਉਸ ਨੂੰ ਵੀ ਪਹਿਲਾਂ ਸ਼ਰਮ ਦੀ ਪਾਹ ਲਾਉਣੀ ਪੈਂਦੀ ਹੈ, ਮਿਹਨਤ ਦੀ ਪਾਹ ਲਾਉਣੀ ਪੈਂਦੀ ਹੈ, ਤਾਂ ਹੀ ਉਸ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਦਾ ਹੈ। ਜਿਨ੍ਹਾਂ ਨੇ ਆਪਣੇ ਮਨ ਨੂੰ ਸਾਬਤ ਰੱਖਿਆ, ਉਹਨਾਂ ਨੇ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ। ਉਹਨਾਂ ਦੇ ਮਨ ਦੇ ਵਿੱਚ ਨਾਮ ਦਾ ਬੀਜ ਉਗ ਪਿਆ। ਸੰਖੇਪ ਦੇ ਵਿੱਚ ਇਹ ਉਸ ਸ਼ਲੋਕ ਦਾ ਸਾਰ ਜੋ ਆਪਾਂ ਨੇ ਵਿਚਾਰ ਕੀਤਾ ਸੀ, ਕਿਉਂਕਿ ਲੜੀ ਬਣਨੀ ਬੜੀ ਜ਼ਰੂਰੀ ਹੈ। ਇਹਨਾਂ ਤਿੰਨਾਂ ਸ਼ਲੋਕਾਂ ਦੇ ਵਿੱਚ ਤੇ ਪੌੜੀ ਦੇ ਵਿੱਚ ਇੱਕੋ ਹੀ ਸਬਜੈਕਟ ਹੈ, ਇੱਕੋ ਹੀ ਵਿਸ਼ਾ ਹੈ। ਇਸ ਕਰਕੇ ਪਿਛਲੇ ਸ਼ਲੋਕ ਦੀ ਵਿਚਾਰ ਨੂੰ ਥੋੜ੍ਹਾ ਜਿਹਾ ਯਾਦ ਰੱਖਣਾ ਜ਼ਰੂਰੀ ਹੈ। ਅੱਜ ਮਹਾਰਾਜ ਨੇ ਬਖਸ਼ਿਸ਼ ਕਰਕੇ ਜੋ ਸ਼ਲੋਕ ਬਖਸ਼ੇ ਨੇ, ਕਿਉਂਕਿ ਤੀਜਾ ਸ਼ਲੋਕ ਥੋੜ੍ਹਾ ਛੋਟਾ ਸ਼ਲੋਕ ਹੈ, ਇਸ ਕਰਕੇ ਆਪਾਂ ਨਾਲ ਹੀ ਲੈ ਲਿਆ ਹੈ। ਇਸ ਦੇ ਵਿੱਚ ਵੀ ਮਹਾਰਾਜ ਉਸ ਸਮੇਂ ਦਾ ਜ਼ਿਕਰ ਕਰ ਰਹੇ ਨੇ ਜੋ ਉਸ ਸਮੇਂ ਵੀ ਸੀ ਤੇ ਹੁਣ ਵੀ ਹੈ। ਕਹਿੰਦੇ ਸੀ ਮਹਾਰਾਜ ਕਿ ਉਸ ਵੇਲੇ ਇੰਜ ਜਾਪ ਰਿਹਾ ਸੀ ਕਿ ਕਲਯੁਗ ਦੇ ਇਸ ਸਮੇਂ ਦੇ ਵਿੱਚ ਸੱਚ ਦਾ ਕਾਲ ਪੈ ਗਿਆ, ਸੱਚ ਰਿਹਾ ਹੀ ਨਹੀਂ, ਧਰਮ ਰਿਹਾ ਹੀ ਨਹੀਂ। ਅਤੇ ਹੁਣ ਵੀ ਜਿਹੜੇ ਵਿਕਾਰ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਮਨੁੱਖ ਦੇ ਉੱਤੇ ਹਾਵੀ ਹੋਏ ਹੋਏ ਨੇ। ਜਾਂ ਇਉਂ ਕਹਿ ਲਓ, ਮਨੁੱਖ ਦੇ ਜੀਵਨ ਦੇ ਵਿੱਚ ਇਹਨਾਂ ਦੀ ਹੀ ਸਲਤਨਤ ਚੱਲ ਰਹੀ ਹੈ। ਅਤੇ ਕਲਯੁਗ ਦੇ ਇਸ ਸਮੇਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਇਹਨਾਂ ਵਿਕਾਰਾਂ ਦੇ ਵਿੱਚ ਜਿਹੜਾ ਪ੍ਰਧਾਨ ਹੈ, ਜਿਹੜਾ ਰਾਜਾ ਹੈ, ਉਹ ਲੱਭ ਹੈ, ਲੋਭ ਹੈ, ਲਾਲਚ ਹੈ। ਮਹਾਰਾਜ ਨੇ ਇੱਕ ਰਾਜੇ ਦੀ ਸਲਤਨਤ ਦਾ ਸਰੂਪ ਲੈ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਮਹਾਰਾਜ ਕਹਿੰਦੇ ਨੇ ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ। ਕਹਿੰਦੇ ਨੇ ਕਲਯੁਗ ਦੇ ਇਸ ਸਮੇਂ ਦੇ ਵਿੱਚ ਹਾਲਾਤ ਇਹ ਨੇ, ਲੋਭ ਜਿਹੜਾ ਹੈ ਉਹ ਰਾਜਾ ਬਣਿਆ ਹੋਇਆ ਹੈ। ਅਤੇ ਲੋਭ ਦੇ ਅਧੀਨ ਹੋ ਕੇ ਜਦੋਂ ਮਨੁੱਖ ਪਾਪ ਕਰਮ ਕਰਦਾ ਹੈ ਤੇ ਪਾਪ ਉਸ ਦਾ ਵਜ਼ੀਰ ਬਣ ਗਿਆ, ਉਸ ਦਾ ਮੰਤਰੀ ਬਣ ਗਿਆ।
ਕੂੜ ਹੋਵਾ ਸਿਕਦਾਰ, ਝੂਠ ਜਿਹੜਾ ਹੈ ਉਹ ਉਸ ਦਾ ਚੌਧਰੀ ਹੋ ਗਿਆ, ਸਰਦਾਰ ਹੋ ਗਿਆ। ਇਸ ਤਰੀਕੇ ਨਾਲ ਇਹਨਾਂ ਨੇ ਮਿਲ ਕੇ ਮਨੁੱਖਤਾ ਨੂੰ ਕਾਬੂ ਦੇ ਵਿੱਚ ਕੀਤਾ ਹੋਇਆ ਹੈ। ਅਸਲ ਦੇ ਵਿੱਚ ਲੋਭ ਨੂੰ ਰਾਜਾ ਕਿਉਂ ਆਖਿਆ ਗਿਆ? ਜੇ ਧਿਆਨ ਮਾਰੀਏ ਅਸੀਂ ਤੇ ਅੱਜ ਕੱਲ੍ਹ ਵੀ ਸੰਸਾਰ ਦੇ ਵਿੱਚ ਜਿਤਨੇ ਕੁਕਰਮ ਹੋ ਰਹੇ ਨੇ, ਜਿਤਨੇ ਪਾਪ ਕਰਮ ਹੋ ਰਹੇ ਨੇ, ਉਹਨਾਂ ਦੇ ਪਿੱਛੇ ਵੀ ਲੋਭ ਹੀ ਹੁੰਦਾ ਹੈ, ਲਾਲਚ ਹੀ ਹੁੰਦਾ ਹੈ। ਭਾਵੇਂ ਧਨ ਦਾ ਲਾਲਚ ਹੋਵੇ, ਭਾਵੇਂ ਤਨ ਦਾ ਲਾਲਚ ਹੋਵੇ, ਕੋਈ ਨਾ ਕੋਈ ਲਾਲਚ ਹੈ ਮਨੁੱਖ ਦੇ ਮਨ ਦੇ ਵਿੱਚ, ਤਾਂ ਹੀ ਉਹ ਪਾਪ ਕਰਦਾ ਹੈ। ਦੂਜੇ ਦਾ ਧਨ ਲੈਣਾ ਹੈ, ਕਿਸੇ ਰੂਪ ਦੇ ਵਿੱਚ ਵੀ ਲਵੇ, ਭਾਵੇਂ ਲੁੱਟ ਲਵੇ, ਚੋਰੀ ਕਰ ਲਵੇ, ਭਾਵੇਂ ਰਿਸ਼ਵਤ ਲੈ ਲਵੇ, ਸਾਰੇ ਹੀ ਪਾਪ ਕਰਮ ਨੇ ਅਤੇ ਇਹਨਾਂ ਸਾਰਿਆਂ ਦੇ ਪਿੱਛੇ ਹੀ ਲੋਭ ਹੈ। ਹਰ ਮਨੁੱਖ ਚਾਹੁੰਦਾ ਹੈ ਮੈਨੂੰ ਵੱਧ ਤੋਂ ਵੱਧ ਮਾਇਆ ਮਿਲ ਜਾਏ, ਵੱਧ ਤੋਂ ਵੱਧ ਮੈਨੂੰ ਦੌਲਤ ਮਿਲ ਜਾਏ, ਕਿਉਂਕਿ ਧਰਮ ਨਹੀਂ ਰਿਹਾ ਮਨ ਦੇ ਵਿੱਚ, ਹਨੇਰਾ ਹੋ ਗਿਆ ਮਨ ਦੇ ਵਿੱਚ। ਉਸ ਨੂੰ ਹੁਣ ਦਿਸ ਹੀ ਨਹੀਂ ਰਿਹਾ ਕਿ ਕੀ ਪਾਪ ਹੈ ਤੇ ਕੀ ਪੁੰਨ ਹੈ। ਪਿਛਲੇ ਹਫਤੇ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਜਿਹੜੀ ਸੀ ਉਹ ਵਿਚਾਰ ਕੀਤੀ ਸੀ। ਉਸੇ ਨੂੰ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਬੜੇ ਸੁੰਦਰ ਸ਼ਬਦਾਂ ਵੀ ਸਾਨੂੰ ਸਮਝਾਇਆ ਹੈ ਕਿ ਹਾਲਤ ਕੀ ਹੈ। ਰਾਜੇ ਜਿਹੜੇ ਨੇ, ਜਿਨ੍ਹਾਂ ਨੂੰ ਕਿ ਪ੍ਰਜਾ ਦਾ ਰਕਸ਼ਕ ਹੋਣਾ ਚਾਹੀਦਾ ਹੈ, ਪ੍ਰਜਾ ਦੀ ਰਾਖੀ ਵਾਲੇ ਨੇ, ਉਹੀ ਭਕਸ਼ਕ ਬਣੇ ਹੋਏ ਨੇ, ਉਹੀ ਕਸਾਈ ਬਣੇ ਹੋਏ ਨੇ। ਮਹਾਰਾਜ ਕਹਿੰਦੇ ਨੇ, ਕਲ ਕਾਤੀ ਰਾਜੇ ਕਸਾਈ, ਧਰਮ ਪੰਗ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕਹਿੰਦੇ ਨੇ ਉਹ ਸਮਝ ਲਓ ਜਿਵੇਂ ਕਲਯੁਗ ਦੇ ਸਮੇਂ ਦੇ ਵਿੱਚ ਰਾਜੇ ਕਸਾਈ ਹੋ ਗਏ ਨੇ। ਉਹਨਾਂ ਨੇ ਆਪਣੇ ਹੱਥ ਦੇ ਵਿੱਚ ਛੁਰੀ ਫੜੀ ਹੋਈ ਹੈ ਅਤੇ ਲੋਕਾਂ ਦਾ ਹਲਾਲ ਕਰ ਰਹੇ ਨੇ। ਧਰਮ ਕਿਧਰੇ ਦਿਸਦਾ ਹੀ ਨਹੀਂ। ਮਹਾਰਾਜ ਕਹਿੰਦੇ ਨੇ ਧਰਮ ਤੇ ਇੰਝ ਲੱਗਦਾ ਜਿਵੇਂ ਪੰਖ ਲਾ ਕੇ ਉੱਡ ਹੀ ਗਿਆ। ਝੂਠ ਦੀ ਅਮਾਵਸ ਦੀ ਰਾਤ ਹੋ ਗਈ, ਹਨੇਰਾ ਹੋ ਗਿਆ, ਸੱਚ ਦਾ ਚੰਦਰਮਾ ਕਿਧਰੇ ਦਿਸਦਾ ਨਹੀਂ। ਅਸਲ ਦੇ ਵਿੱਚ ਜਦੋਂ ਮਨੁੱਖ ਦੇ ਮਨ ਦੇ ਵਿੱਚ ਹਨੇਰਾ ਹੋਵੇ ਤੇ ਉਸ ਨੂੰ ਲੁੱਟਣ ਵਾਸਤੇ ਚੋਰ ਜਿਹੜੇ ਨੇ, ਵਿਕਾਰਾਂ ਰੂਪੀ ਚੋਰ ਜਿਹੜੇ ਨੇ ਉਹਦੇ ਵਿੱਚ ਆ ਜਾਂਦੇ ਨੇ। ਹੁਣ ਘਰ ਦੇ ਵਿੱਚ ਹਨੇਰਾ ਹੈ, ਕੋਈ ਚੋਰ ਵੜ ਗਿਆ, ਸਾਨੂੰ ਪਤਾ ਹੀ ਨਹੀਂ ਲੱਗੇਗਾ, ਲੁੱਟ ਕੇ ਲੈ ਜਾਏਗਾ। ਮਨ ਦੇ ਵਿੱਚ ਹਨੇਰਾ ਹੈ, ਇਹ ਵਿਕਾਰ ਰੂਪੀ ਜਿਹੜੇ ਚੋਰ ਨੇ ਇਹ ਮਨੁੱਖ ਨੂੰ ਲੁੱਟ ਰਹੇ ਨੇ, ਮਨੁੱਖ ਨੂੰ ਪਤਾ ਹੀ ਨਹੀਂ ਲੱਗ ਰਿਹਾ। ਪਰ ਇਸ ਹਨੇਰੇ ਨੂੰ ਦੂਰ ਕਿਵੇਂ ਕੀਤਾ ਜਾਏ? ਜੇ ਮਨੁੱਖ ਦੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਏ, ਸ਼ਬਦ ਦਾ ਪ੍ਰਕਾਸ਼ ਹੋ ਜਾਏ, ਇਹ ਹਨੇਰਾ ਦੂਰ ਹੋ ਸਕਦਾ ਹੈ। ਕਿਉਂਕਿ ਸ਼ਬਦ ਪ੍ਰਕਾਸ਼ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਮਿਟਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਵਰੀ ਅਨੂਪਾ। ਕਹਿੰਦੇ ਸਾਡਾ ਜਿਹੜਾ ਮਨ ਰੂਪੀ ਮੰਦਰ ਹੈ, ਇਸ ਦੇ ਵਿੱਚ ਜਿਹੜਾ ਅੰਧਕਾਰ ਹੈ, ਇਹ ਸ਼ਬਦ ਦੇ ਪ੍ਰਕਾਸ਼ ਦੇ ਰਾਹੀਂ ਦੂਰ ਹੋ ਸਕਦਾ ਹੈ। ਅਤੇ ਜਦੋਂ ਰੋਸ਼ਨੀ ਹੋ ਜਾਵੇ, ਪ੍ਰਕਾਸ਼ ਹੋ ਜਾਵੇ, ਤੇ ਚੋਰ ਤੇ ਭੱਜ ਜਾਂਦੇ ਨੇ। ਫਿਰ ਘਰ ਦੇ ਵਿੱਚ ਕੋਈ ਚੋਰ ਵੜਿਆ ਹੋਵੇ, ਲਾਈਟ ਜਲ ਜਾਏ ਤੇ ਭੱਜ ਜਾਂਦਾ ਹੈ। ਤੇ ਜਦੋਂ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਗੁਰਬਾਣੀ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਵੇ, ਤੇ ਇਹ ਚੋਰ ਵੀ ਜਿਹੜੇ ਨੇ ਭੱਜ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਪਰ ਹਾਲਾਤ ਇਹੋ ਜਿਹੀ ਹੈ ਜਿਵੇਂ ਅਮਾਵਸਿਆ ਦੀ ਕਾਲੀ ਰਾਤ ਹੁੰਦੀ ਹੈ। ਝੂਠ ਨੇ ਇਸ ਤਰੀਕੇ ਨਾਲ ਲੋਕਾਂ ਦੇ ਉੱਤੇ ਅਗਿਆਨ ਦਾ ਹਨੇਰਾ ਫੈਲਾਇਆ ਹੋਇਆ ਹੈ। ਸੱਚ ਦਾ ਚੰਦਰਮਾ ਜਿਸ ਦੀ ਰੋਸ਼ਨੀ ਹੋਣੀ ਸੀ ਉਹ ਦਿਸ ਨਹੀਂ ਰਹੀ। ਮਹਾਰਾਜ ਕਹਿੰਦੇ ਨੇ ਹੋਂ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਕਹਿੰਦੇ ਮੈਂ ਤਾਂ ਲੱਭ ਲੱਭ ਕੇ ਥੱਕ ਗਿਆ, ਮੈਨੂੰ ਇਸ ਹਨੇਰੇ ਵਿੱਚ ਕੋਈ ਰਾਹ ਵੀ ਨਹੀਂ ਦਿਸ ਰਿਹਾ। ਕਿਉਂਕਿ ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਦਗਤ ਹੋਈ। ਕਹਿੰਦੇ ਸੰਸਾਰ ਹਉਮੈ ਦੇ ਵਿੱਚ ਫਸਿਆ ਹੋਇਆ ਹੈ। ਹੁਣ ਜਿੱਥੇ ਹਉਮੈ ਹੈ ਉੱਥੇ ਮਨੁੱਖ ਗਿਆਨ ਲੈਣ ਨੂੰ ਵੀ ਤਿਆਰ ਨਹੀਂ ਹੁੰਦਾ।
ਉੱਥੇ ਮਨੁੱਖ ਕਿਸੇ ਦੀ ਚੰਗੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ, ਗੁਰੂ ਦੀ ਗੱਲ ਨੂੰ ਸੁਣਨ ਨੂੰ ਵੀ ਤਿਆਰ ਨਹੀਂ, ਗੁਰੂ ਦਾ ਸ਼ਬਦ ਸੁਣਨ ਨੂੰ ਵੀ ਤਿਆਰ ਨਹੀਂ, ਕਿਉਂਕਿ ਮਨ ਵਿੱਚ ਹਉਮੈ ਹੈ ਕਿ ਸ਼ਾਇਦ ਮੈਂ ਬਹੁਤ ਸਿਆਣਾ ਹਾਂ, ਮੈਨੂੰ ਸਭ ਕੁਝ ਪਤਾ ਹੈ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਨੁੱਖਤਾ ਹੈ ਹਉਮੈ ਵਿੱਚ ਇਹ ਨਹੀਂ ਫਸੀ ਹੋਈ ਹੈ, ਇਸ ਨੂੰ ਗਿਆਨ ਦੇਣਾ ਵੀ ਬੜਾ ਔਖਾ ਹੈ। ਇਸੇ ਕਰਕੇ ਕਲਯੁਗ ਦੇ ਇਸ ਸਮੇਂ ਦੇ ਵਿੱਚ ਭਾਵੇਂ ਧਰਮ ਦਾ ਪ੍ਰਚਾਰ ਹੈ, ਪਰ ਦੇਖਣ 'ਚ ਆਉਂਦਾ ਹੈ ਉਹਦਾ ਅਸਰ ਬੜਾ ਘੱਟ ਹੁੰਦਾ ਹੈ। ਜੇ ਆਪਣੇ ਆਚਾਰਾਂ ਪਾਸੇ ਨਜ਼ਰ ਮਾਰ ਕੇ ਵੇਖੀਏ, ਬੜੇ ਸਮਾਗਮ ਹੋ ਰਹੇ ਨੇ, ਬੜੇ ਦੀਵਾਨ ਹੋ ਰਹੇ ਨੇ, ਦੂਜੇ ਧਰਮਾਂ ਦੇ ਲੋਕ ਵੀ ਬੜੇ ਵੱਡੇ ਵੱਡੇ ਸਮਾਗਮ ਕਰਦੇ ਨੇ, ਬੇਅੰਤ ਲੋਕ ਇਕੱਠੇ ਹੁੰਦੇ ਨੇ, ਧਰਮ ਦੀਆਂ ਗੱਲਾਂ ਵੀ ਹੁੰਦੀਆਂ ਨੇ, ਪਰ ਜੇ ਨਤੀਜਾ ਵੇਖੀਏ ਤਾਂ ਲੱਗਦਾ ਨਹੀਂ ਕਿ ਬਹੁਤਾ ਪਰਿਵਰਤਨ ਲੋਕਾਂ ਦੇ ਜੀਵਨ ਵਿੱਚ ਆਇਆ ਹੈ। ਲੋਕੀ ਅਧਰਮ ਦੇ ਰਾਹ ਨੂੰ ਛੱਡ ਕੇ ਧਰਮ ਦੇ ਰਾਹ 'ਤੇ ਆ ਗਏ ਨੇ। ਸ਼ਾਇਦ ਅਸੀਂ ਵੀ ਇਹਨਾਂ ਵਿੱਚ ਸ਼ਾਮਲ ਹੋਈਏ। ਹਨੇਰਾ ਹੈ ਮਨ ਦੇ ਵਿੱਚ, ਤਾਂ ਹੀ ਦੂਰ ਹੋਏਗਾ ਜੇ ਮਨ ਦੇ ਵਿੱਚ ਵਿਸ਼ਵਾਸ ਕਰਕੇ ਗੁਰੂ ਦੇ ਸ਼ਬਦ ਦਾ ਜਿਹੜਾ ਦੀਪਕ ਹੈ ਉਹ ਜਲਾਵਾਂਗੇ। ਮਹਾਰਾਜ ਅੱਗੇ ਕਹਿ ਰਹੇ ਨੇ ਹੋਰ ਕੀ ਹਾਲਾਤ ਨੇ ਇਸ ਸਮੇਂ ਦੇ। ਕਾਮ ਨੇਮ ਸਦ ਪੁੱਛੀਏ ਬੈ ਬੈ ਕਰੇ ਵਿਚਾਰ। ਕਹਿੰਦੇ ਨੇ ਇਹ ਜਿਹੜਾ ਰਾਜਾ ਲੋਭ ਹੈ, ਪਾਪ ਇਹਦਾ ਮੰਤਰੀ ਹੈ, ਵਜ਼ੀਰ ਹੈ, ਝੂਠ ਇਹਨਾਂ ਦਾ ਸਰਦਾਰ ਹੈ, ਕਾਮ ਇਹਨਾਂ ਨੇ ਨੇਬ ਕਹਿੰਦੇ ਨੇ ਨਾਇਬ ਸਲਾਹਕਾਰ, ਕਾਮ ਨੂੰ ਇਹਨਾਂ ਨੇ ਆਪਣਾ ਸਲਾਹਕਾਰ ਬਣਾਇਆ ਹੋਇਆ ਹੈ। ਜਦ ਵੀ ਕੋਈ ਗੱਲ ਹੁੰਦੀ ਹੈ ਉਸ ਨੂੰ ਬੁਲਾ ਕੇ ਆਪਣੇ ਕੋਲ ਬਿਠਾ ਕੇ ਉਸ ਤੋਂ ਸਲਾਹ ਲੈਂਦੇ ਨੇ, ਬਹਿ ਬਹਿ ਕਰੇ ਵਿਚਾਰ, ਉਹਦੇ ਨਾਲ ਵਿਚਾਰ ਕਰਦੇ ਨੇ। ਅਤੇ ਕਾਮ ਕਿਤਨਾ ਕੁ ਸਵਾਰ ਹੈ ਦੁਨੀਆ 'ਤੇ ਲੋਕਾਂ 'ਤੇ, ਇਹ ਅਸੀਂ ਦੇਖ ਰਹੇ ਹਾਂ। ਇਹ ਵਿਕਾਰ ਜਦੋਂ ਮਨੁੱਖ ਦੇ ਉੱਤੇ ਹਾਵੀ ਹੁੰਦੇ ਨੇ, ਉਸ ਸਮੇਂ ਮਨੁੱਖ ਦਾ ਵਿਵੇਕ ਜਿਹੜਾ ਹੈ ਮੁੱਕ ਜਾਂਦਾ ਹੈ। ਉਸ ਨੂੰ ਗਿਆਨ ਹੀ ਨਹੀਂ ਰਹਿੰਦਾ ਕਿ ਤੂੰ ਕੀ ਕਰ ਰਿਹਾ ਹੈ। ਇਹਨਾਂ ਵਿਕਾਰਾਂ ਦੀ ਜਿਹੜੀ ਸਲਤਨਤ ਹੈ, ਜਿਹੜਾ ਰਾਜ ਹੈ, ਉਸ ਦੇ ਵਿੱਚ ਫਸੀ ਹੋਈ ਜਿਹੜੀ ਪ੍ਰਜਾ ਹੈ ਉਹ ਅੱਗੋਂ ਕੁਝ ਬੋਲਦੀ ਨਹੀਂ, ਕਿਉਂਕਿ ਮਹਾਰਾਜ ਕਹਿੰਦੇ ਨੇ ਅੰਧੀ ਰਹੀਅਤ ਗਿਆਨ ਵਿਹੂਣੀ ਪਾਏ ਪਰੇ ਮੁਰਦਾਰ। ਇਹ ਰਹੀਅਤ ਜਿਹੜੀ ਹੈ, ਪ੍ਰਜਾ ਜਿਹੜੀ ਹੈ, ਗਿਆਨ ਤੋਂ ਸਖਣੀ ਹੈ, ਗਿਆਨ ਤੋਂ ਵਿਹੂਣੀ ਹੈ, ਅੰਨੀ ਹੈ। ਇਹਨਾਂ ਨੂੰ ਦਿਸ ਹੀ ਨਹੀਂ ਰਿਹਾ ਕਿ ਤੁਹਾਡੇ ਨਾਲ ਹੋ ਕੀ ਰਿਹਾ ਹੈ। ਅਤੇ ਇਹ ਜਿਹੜੇ ਨੇ, ਜਿਹੜੇ ਸਮੇਂ ਦੇ ਹਾਕਮ ਨੇ, ਜਿਹੜੇ ਲੋਕਾਂ ਨੂੰ ਲੁੱਟਦੇ ਨੇ, ਉਹਨਾਂ ਨੂੰ ਹੋਰ ਆਪਣਾ ਹੱਕ ਦੇਈ ਜਾਂਦੇ ਨੇ। ਹੁਣ ਕਿਸੇ ਨੂੰ ਕੰਮ ਕਰਾਉਣ ਵਾਸਤੇ ਪੈਸੇ ਦੇਣੇ, ਰਿਸ਼ਵਤ ਦੇਣੀ, ਇਹ ਆਪਣਾ ਹੱਕ ਤੁਸੀਂ ਉਸ ਨੂੰ ਦੇ ਰਹੇ ਹੋ, ਜਿਸ ਨੂੰ ਮਹਾਰਾਜ ਨੇ ਬਾਣੀ ਵਿੱਚ ਮੁਰਦਾਰ ਕਿਹਾ ਹੈ। ਕਹਿੰਦੇ ਨੇ ਇਹ ਜਿਹੜੀ ਮੁਰਦਾਰ ਹੈ, ਇਉਂ ਸਮਝ ਲਓ ਮੁਰਦਾ ਖਾਣਾ ਹੈ। ਜਨਤਾ ਜਿਹੜੀ ਹੈ ਸਮੇਂ ਦੇ ਰਾਜਿਆਂ ਨੂੰ, ਚੌਧਰੀਆਂ ਨੂੰ, ਉਹਨਾਂ ਦੇ ਮਗਰ ਲੱਗ ਤੁਰ ਕੇ ਇਹ ਅਗਨ ਰੂਪੀ ਜਿਹੜੀ ਮਾਇਆ ਹੈ ਦੇਈ ਜਾ ਰਹੀ ਹੈ ਅਤੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੀ ਹੈ। ਕੋਈ ਵੀ ਉਹਨਾਂ ਦੇ ਖਿਲਾਫ ਖੜਾ ਹੋ ਕੇ ਬੋਲਣ ਦੀ ਹਿੰਮਤ ਨਹੀਂ ਕਰਦਾ, ਕੋਈ ਤਿਆਰ ਹੀ ਨਹੀਂ ਹੈ ਅਤੇ ਉਹਨਾਂ ਨੂੰ ਗਿਆਨ ਹੀ ਨਹੀਂ ਹੈ ਕਿ ਜੋ ਕੰਮ ਅਸੀਂ ਕਰ ਰਹੇ ਹਾਂ ਨਹੀਂ ਕਰਨਾ ਚਾਹੀਦਾ। ਤੇ ਮਹਾਰਾਜ ਫਿਰ ਇਹਨਾਂ ਨੂੰ ਗਿਆਨ ਦੇਣ ਵਾਸਤੇ ਕੁਝ ਹੋਏਗਾ, ਕੋਈ ਗਿਆਨੀ ਹੋਏਗਾ ਜਿਹੜਾ ਇਹਨਾਂ ਨੂੰ ਸਮਝਾਵੇ ਤੁਸੀਂ ਕੀ ਕਰਨਾ ਹੈ। ਪਰ ਮਹਾਰਾਜ ਕਹਿੰਦੇ ਨੇ ਗਿਆਨੀਆਂ ਦਾ ਵੀ ਕੀ ਹਾਲ ਹੈ। ਗਿਆਨੀ ਨਚੈ ਵਾਜੇ ਵਾਵੇਂ ਰੂਪ ਕਰੈ ਸਿੰਗਾਰ। ਕਹਿੰਦੇ ਗਿਆਨੀ ਉਹਨਾਂ ਨੂੰ ਕਿਹਾ ਜਾਂਦਾ ਅੱਜ ਕੱਲ੍ਹ ਜਿਹੜੇ ਕਿ ਨੱਚਦੇ ਨੇ, ਟੱਪਦੇ ਨੇ, ਵਾਜੇ ਵਜਾਉਂਦੇ ਨੇ, ਅਨੇਕ ਤਰ੍ਹਾਂ ਦੇ ਰਾਸ ਭਰਦੇ ਨੇ, ਰਾਸ ਧਾਰੀਏ ਨੇ, ਰੂਪ ਵਟਾਉਂਦੇ ਨੇ। ਇਹਨਾਂ ਤੋਂ ਕਿਸ ਗਿਆਨ ਦੀ ਉਮੀਦ ਕੀਤੀ ਜਾ ਸਕਦੀ ਹੈ। ਉੱਚੇ ਕੂਕੈ ਵਾਦਾ ਗਾਵੇਂ ਜੋਧਾ ਕਾ ਵਿਚਾਰ। ਕਹਿੰਦੇ ਨੇ ਵੈਸੇ ਤਾਂ ਜ਼ੋਰ ਜ਼ੋਰ ਦੀ ਬੋਲ ਕੇ ਪੁਰਾਤਨ ਯੋਧਿਆਂ ਦੇ ਕਿੱਸੇ ਲੋਕਾਂ ਨੂੰ ਸੁਣਾਉਂਦੇ ਨੇ,
ਪਰ ਇਸ ਦੇ ਨਾਲ ਲੋਕਾਂ ਨੂੰ ਕੋਈ ਗਿਆਨ ਤਾਂ ਪ੍ਰਾਪਤ ਨਹੀਂ ਹੁੰਦਾ। ਫਿਰ ਮਹਾਰਾਜ ਕੋਈ ਗਿਆਨੀ ਹੋਣਗੇ, ਪੰਡਿਤ ਹੋਣਗੇ, ਜਿਹੜੇ ਕਿ ਇਹ ਗਿਆਨ ਇਹਨਾਂ ਨੂੰ ਦੇ ਸਕਣ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਵੀ ਇਹੀ ਹਾਲ ਹੈ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੈ ਪਿਆਰ। ਜਿਹੜੇ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਨੇ, ਪੰਡਿਤ ਅਖਵਾਉਂਦੇ ਨੇ, ਉਹ ਮੂਰਖ ਨੇ, ਕਿਉਂਕਿ ਉਹਨਾਂ ਨੂੰ ਹੁਜਤਬਾਜੀ ਤੋਂ, ਚਰਚਾਵਾਂ ਤੋਂ ਅਤੇ ਜੋੜ ਤੋੜ ਤੋਂ, ਚਲਾਕੀਆਂ ਤੋਂ ਹੀ ਫੁਰਸਤ ਨਹੀਂ ਹੈਗੀ। ਚਲਾਕੀਆਂ ਨਾਲ ਆਪਣੇ ਆਪ ਨੂੰ ਵੱਡਾ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ, ਲੋਕਾਂ ਨੂੰ ਮੂਰਖ ਬਣਾਉਂਦੇ ਨੇ ਅਤੇ ਧਰਮ ਦਾ ਠੀਕ ਮਾਰਗ ਜਿਹੜਾ ਹੈ ਉਹਨਾਂ ਨੂੰ ਦੱਸਦੇ ਹੀ ਨਹੀਂ। ਫਿਰ ਮਹਾਰਾਜ ਕੋਈ ਧਰਮੀ ਵੀ ਤੇ ਹੋਣਗੇ ਜਿਹੜੇ ਕਿ ਠੀਕ ਧਰਮ ਤੇ ਚੱਲ ਰਹੇ ਹੋਣ, ਧਰਮ ਦੀ ਰਾਹ ਦੱਸਣ। ਮਹਾਰਾਜ ਕਹਿੰਦੇ ਨੇ ਧਰਮੀ ਧਰਮ ਕਰੈ ਗਾਵਾਵੇਂ ਮੰਗੈ ਮੋਖ ਦੁਆਰ। ਮਹਾਰਾਜ ਕਹਿੰਦੇ ਨੇ ਉਹ ਵੀ ਆਪਣੇ ਮਾਰਗ ਤੋਂ ਭਟਕ ਗਏ ਨੇ, ਧਰਮ ਦੇ ਕਰਮ ਤੇ ਕਰ ਰਹੇ ਨੇ, ਪਰ ਧਰਮ ਦੇ ਕਰਮ ਕਰਦਿਆਂ ਕਰਦਿਆਂ ਮਨ ਵਿੱਚ ਲਾਲਸਾ ਵੀ ਹੈ ਕਿ ਸਾਨੂੰ ਦੁਨੀਆ ਜਾਣੇ, ਸਾਨੂੰ ਲੋਕੀ ਵੇਖਣ, ਸਾਡੀ ਜੈ ਜੈਕਾਰ ਕਰਨ। ਅਤੇ ਧਰਮ ਦੇ ਕਰਮ ਕਰਦਿਆਂ ਹੋਇਆਂ ਮਨ ਦੇ ਵਿੱਚ ਹੰਕਾਰ ਵੀ ਆ ਜਾਂਦਾ ਹੈ, ਜਿਸ ਕਰਕੇ ਕੀਤਾ ਹੋਇਆ ਧਰਮ ਜਿਹੜਾ ਉਹਨੂੰ ਗਵਾ ਲੈਂਦੇ ਨੇ। ਕਾਮਨਾ ਤੇ ਰੱਖਦੇ ਨੇ ਮੋਕਸ਼ ਦੀ, ਮੁਕਤੀ ਦੀ ਕਾਮਨਾ ਮਨ ਵਿੱਚ ਰੱਖਦੇ ਨੇ, ਪਰ ਮਹਾਰਾਜ ਕਹਿੰਦੇ ਨੇ ਕਿਉਂਕਿ ਧਰਮ ਜਿਹੜਾ ਹੈ ਆਡੰਬਰ ਬਣਿਆ ਹੋਇਆ ਹੈ, ਉਸ ਧਰਮ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ, ਮੋਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਤੀ ਸਦਾਵੇਂ ਜੁਗਤ ਨ ਜਾਣੈ ਛੱਡ ਪੈ ਘਰ ਬਾਰ। ਮਹਾਰਾਜ ਕਹਿੰਦੇ ਨੇ ਫਿਰ ਉਹ ਵੀ ਨੇ ਜਿਹੜੇ ਕਿ ਆਪਣੇ ਆਪ ਨੂੰ ਜਤੀ ਸਤੀ ਅਖਵਾਉਂਦੇ ਨੇ, ਪਰ ਉਹਨਾਂ ਨੂੰ ਵੀ ਇਸ ਗੱਲ ਦਾ ਗਿਆਨ ਨਹੀਂ ਕਿ ਧਰਮ ਜਿਹੜਾ ਹੈ ਗ੍ਰਸਤ ਦੇ ਵਿੱਚ ਰਹਿ ਕੇ, ਘਰ ਦੇ ਵਿੱਚ ਰਹਿ ਕੇ ਹੀ ਕਮਾਇਆ ਜਾ ਸਕਦਾ ਹੈ। ਉਹ ਤੇ ਘਰ-ਬਾਰ ਛੱਡ ਕੇ, ਗ੍ਰਸਤ ਛੱਡ ਕੇ ਤੁਰ ਜਾਂਦੇ ਨੇ, ਉਸੇ ਨੂੰ ਧਰਮ ਸਮਝਦੇ ਨੇ। ਪਰ ਇਤਨਾ ਕੁਝ ਹੁੰਦਿਆਂ ਹੋਇਆਂ ਵੀ ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਮਹਾਰਾਜ ਕਹਿੰਦੇ ਨੇ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ। ਹਰ ਕੋਈ ਆਪਣੇ ਆਪ ਨੂੰ ਕਹਿੰਦਾ ਮੈਂ ਪੂਰਾ ਹਾਂ, ਮੇਰੇ ਵਿੱਚ ਕੋਈ ਕਮੀ ਨਹੀਂ ਹੈ, ਮੇਰੇ ਵਿੱਚ ਕੋਈ ਦੋਸ਼ ਨਹੀਂ ਹੈ। ਤੇ ਅਸਲ ਦੇ ਵਿੱਚ ਹਰ ਮਨੁੱਖ ਦੇ ਨਾਲ ਇਹ ਹੁੰਦਾ ਹੀ ਹੈ। ਮਨੁੱਖ ਨੂੰ ਆਪਣੇ ਅਵਗੁਣ ਕਦੇ ਦਿਸਦੇ ਹੀ ਨਹੀਂ, ਦੂਜਿਆਂ ਦੇ ਉਸ ਨੂੰ ਅਵਗੁਣ ਦਿਸਦੇ ਨੇ। ਆਪਣੇ ਆਪ ਨੂੰ ਸਮਝਦਾ ਹੈ ਮੈਂ ਗੁਣਾਂ ਨਾਲ ਭਰਪੂਰ ਹਾਂ, ਦੂਜਾ ਅਵਗੁਣਾਂ ਨਾਲ ਭਰਪੂਰ ਹੈ। ਇਹ ਧਰਮ ਦੀ ਨਿਸ਼ਾਨੀ ਨਹੀਂ। ਜਿਸ ਮਨੁੱਖ ਨੂੰ ਆਪਣੇ ਅਵਗੁਣ ਨਹੀਂ ਦਿਸ ਰਹੇ, ਉਹ ਧਰਮ ਦੇ ਮਾਰਗ ਤੇ ਤੁਰ ਹੀ ਨਹੀਂ ਸਕਦਾ, ਕਿਉਂਕਿ ਜਦੋਂ ਤੱਕ ਸਾਨੂੰ ਬਿਮਾਰੀ ਦਾ ਪਤਾ ਹੀ ਨਹੀਂ ਹੋਏਗਾ, ਅਸੀਂ ਉਸ ਦਾ ਇਲਾਜ ਕਿਵੇਂ ਕਰਾਂਗੇ। ਜੇ ਮਨ ਦੇ ਵਿੱਚ ਇਸ ਗੱਲ ਦਾ ਹੀ ਹੰਕਾਰ ਰਹੇਗਾ ਕਿ ਮੈਂ ਤੇ ਸੁੱਚਾ ਹਾਂ, ਮੇਰੇ ਅੰਦਰ ਸੱਚ ਹੈ, ਮੈਨੂੰ ਹੋਰ ਕੁਝ ਕਰਨ ਦੀ ਕੀ ਲੋੜ ਹੈ। ਇੱਕ ਗੱਲ ਦਾ ਜ਼ਿਕਰ ਇੱਥੇ ਮੈਂ ਜ਼ਰੂਰ ਕਰ ਦਿਆਂ, ਇਹ ਭਾਵਨਾ ਸਾਡੇ ਲੋਕਾਂ ਵਿੱਚ ਵੀ ਬਹੁਤ ਜ਼ਿਆਦਾ ਹੈ। ਜਦੋਂ ਅੰਮ੍ਰਿਤ ਛਕਣ ਦੀ ਗੱਲ ਆਉਂਦੀ ਹੈ, ਰਹਿਤ ਮਹਿਤ ਦੀ ਗੱਲ ਆਉਂਦੀ ਹੈ, ਨਿਤਨੇਮ ਦੀ ਗੱਲ ਆਉਂਦੀ ਹੈ, ਤੇ ਸਾਡੇ ਕੋਈ ਭਟਕੇ ਹੋਏ ਭੁੱਲੇ ਲੋਕ ਜਿਹੜੇ ਨੇ ਉਹ ਵੀ ਕਹਿ ਦਿੰਦੇ ਨੇ ਜੀ ਕੀ ਲੋੜ ਹੈ ਕਰਨ ਦੀ, ਸਾਡਾ ਤਾਂ ਮਨ ਤੇ ਸਾਫ਼ ਹੈ, ਸਾਡਾ ਮਨ ਤੇ ਸਾਫ਼ ਹੈ। ਆਪਣੇ ਆਪ ਹੀ ਜੱਜ ਬਣ ਗਏ, ਆਪਣੇ ਆਪ ਹੀ ਫੈਸਲਾ ਕਰ ਦਿੱਤਾ ਸਾਡਾ ਮਨ ਸਾਫ਼ ਹੈ। ਭਾਵੇਂ ਜ਼ਿੰਦਗੀ ਵਿੱਚ ਕੀ ਕੁਝ ਹੋ ਰਿਹਾ ਹੈ, ਆਪਣੇ ਆਪ ਨੂੰ ਸਰਟੀਫਿਕੇਟ ਦੇਣਾ ਕਿ ਸਾਡਾ ਮਨ ਸਾਫ਼ ਹੈ, ਇਹ ਆਪਣੇ ਆਪ ਨੂੰ ਧੋਖਾ ਦੇਣਾ ਹੈ, ਹੋਰ ਕੁਝ ਵੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਮਨੁੱਖਤਾ ਜਿਹੜੀ ਹੈ ਇਸੇ ਕਰਕੇ ਇਸ ਕਲਯੁਗ ਦੇ ਹਨੇਰੇ ਵਿੱਚ ਠੁੱਡੇ ਖਾ ਰਹੀ ਹੈ, ਠੋਕਰਾਂ ਖਾ ਰਹੀ ਹੈ। ਹਰ ਮਨੁੱਖ ਆਪਣੇ ਆਪ ਨੂੰ ਪੂਰਾ ਸਮਝਦਾ ਹੈ, ਪਰ ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਕੋਈ ਕਿੰਨਾ ਪੂਰਾ ਹੈ ਇਸ ਦਾ ਪਤਾ ਲੱਗਦਾ ਹੈ ਅੱਗੇ ਜਾ ਕੇ। ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਕਹਿੰਦੇ ਨੇ ਜਦੋਂ ਅੱਗੇ ਮਨੁੱਖ ਜਾਂਦਾ ਹੈ ਇਸ ਸੰਸਾਰ ਨੂੰ ਛੱਡ ਕੇ, ਉੱਥੇ ਫਿਰ ਕਰਮਾਂ ਦਾ ਹਿਸਾਬ ਹੁੰਦਾ ਹੈ, ਕਰਮੀ ਕਰਮੀ ਹੋਏ ਵਿਚਾਰ। ਮਹਾਰਾਜ ਕਹਿੰਦੇ ਨੇ ਉੱਥੇ ਤਕੜੀ ਵਿੱਚ ਜਦੋਂ ਇੱਕ ਪਾਸੇ
परमात्मा के दर की इज्जत पत रखी जाए, दूजे पासे इसके कीते हुए कर्म रखे जान, तां ही पता लगता है कोई कितना पूरा है। असल दे विच इत्थे मनुख अपनी जितनी मर्जी जय जयकार करा लवे, पर जे उसनूं अकाल पुरख के दरबार दे विच पत नहीं मिली, इज्जत नहीं मिली, तो उसके सारे कर्म जिहड़े ने वो व्यर्थ ने। अगे महाराज ने दूजे श्लोक दे विच जो बख्शिश कीती है, ये भी बड़े ध्यान देने योग गल है। हर मनुख सोचता है मैं ये कर ला, मैं ये कर ला, मैं ये कर ला, अते उसके मन दे विच कई बारी विश्वास भी बड़ा हुंदा है। जीवन दे विच असीं प्लैनिंग बड़ी करते हाँ, ठीक है करनी भी चाहिए है, पर जदों मन दे विच ये होमे आ जाती है कि मैं करांगा, मैं कर सकता हाँ, उस वेले फिर वो विफल हो जाता है। इस श्लोक विच महाराज बख्शिश कर रहे हैं, वधी सुव जग नानका सच्चा वेखै सोए। महाराज कहते हैं वधी, वधी का अर्थ है मिथी हुई, पहला ही वजग वजेगी होएगी। वो जिहड़ा अकाल पुरख सच्चा है, जिहड़ा सारियां नूं वेख रहा है, सारियां दी देखभाल भी कर रहा है, महाराज कहते हैं सारियां वास्ते उसने कुछ ना कुछ मिथ्या होया है, पहले ही उसने फैसला किया होया है, अते उसका फैसला ही चलेगा। असी भावें जितने मर्जी यतन कर लीए, सबनी छालां मारियां करता करे सो होए। हुण छालां ते सारे मारदे ने कि मैं ये कर लाँगा, मैं ये कर लाँगा, पर हुंदा की है? महाराज कहते हैं जितने मर्जी यतन कर लै, पर होना वही है जो उस अकाल पुरख ने किया है। भगत कबीर जी ने बड़े सुंदर वचन कहे ने, कहते ने कबीर जो मैं चितवो ना करे क्या मेरे चितवै होए, अपना चितवा हर कह जो मेरे चित ना होए। कहते जे मैं परमात्मा नूं याद नहीं करदा ना, उसनूं सिमरन नहीं करदा, तो होर अपने मन दे विच चितवे करी जाना हाँ, विचारां करी जाना हाँ, प्रोग्राम बनाई जाना हाँ। कहते ने उस दे नाल कुछ नहीं हुंदा, हो की सकता है, क्योंकि अपना चितवा हर करे, परमात्मा ने तो वही करना है जो उसने सोचा है, साढ़े सोचण नाल नहीं होएगा। अते ऐसा कुछ हो जाता है जो कदे असी सोचिया भी नहीं हुंदा, जो मेरे चित ना होए। मनुख दे मन दे विच भी कदे विचार नहीं हुंदा कि ऐसा हो सकता है, कदे कदे ऐसा हो जाता है। धन गुरु तेग बहादुर साहब महाराज का श्लोक पढ़ते हैं ना आप, नर चाहत कछ और की और बई चितवत रहो ठगौर, नानक फांसी गल पड़ी। पता ही नहीं होंदा मनुख नूं। बाबा फरीद जी ने तो उदाहरण दिता है बगले का, फरीदा दरियावे कन्ने बगला बैठा केल करे, केल करन दे हंजन अजिंते बाज पए तिस रब दे केलां विसरियां, जो मन चित ना चेते सन सो गाली रब कियां। कहते हैं हंस वर्गा चिट्टा बगला दरिया के कंढे ते बैठा होया केल कर रहा है, उन्होंने पता ही नहीं उत्तों बाज ने झपट्टा मार लेना है आके, सारी केल जिहड़ी है विसर जाती है। जिहड़ियां गल्लां कदे साडे मन विच भी नहीं हुंदियां साडे जीवन विच वापर जांदियां ने, फिर असीं सोचदे हां ये की हो गया। पर महाराज कहते हैं कि वह अकाल पुरख जिहड़ा है उसने जो मिथ्या होया है वही कुछ होना है। धन गुरु रामदास महाराज जी का ये शब्द सानू जरूर चेते रखना चाहिए है, कीता करना सर्ब रजाई किछ कीचै जे कर सकीए, अपना कीता किछु ना होवे जो हर भाव है त्यों रखिए, मेरे हर जियो सबको तेरे वस, असा जोर नहीं जे किछ कर हम साकें, जो पावें तिवें बख्श। कहते हैं असीं कुछ कर ही नहीं सकते, सानू बख्श लै, साड़ियाँ भुल्लां बख्श लै, तो जो कुछ तू करना है उसनूं असीं मिठा करके जान लईए, यही सानू शक्ति दे। महाराज अगे कहते ने अगे जात न जोर है अगे जियो नवें। कहते हैं क्योंकि जदों असीं अगे जाने आ ना इस संसार नूं छड्ड के,
ਉੱਥੇ ਨਾ ਤੇ ਸਾਡੀ ਜਾਤੀ ਦਾ ਜ਼ੋਰ ਚੱਲਦਾ ਹੈ, ਨਾ ਸਾਡੀ ਤਾਕਤ ਦਾ ਜ਼ੋਰ ਚੱਲਦਾ ਹੈ, ਕਿਉਂਕਿ ਉੱਥੇ ਜਿਹੜੇ ਸਾਨੂੰ ਮਿਲਦੇ ਨੇ ਨਾ ਉਹ ਸਾਡੇ ਵਾਸਤੇ ਓਪਰੇ ਨੇ, ਨਵੇਂ ਨੇ। ਉਹ ਕਿਸੇ ਦਾ ਜ਼ੋਰ ਨਹੀਂ ਮੰਨਦੇ। ਤੂੰ ਕਿੰਨੀ ਉੱਚੀ ਜਾਤ ਨੂੰ ਬਿਲੋਂਗ ਕਰਦਾ ਹੈ, ਕਿਹੜੀ ਜਾਤ ਦਾ ਹੈ। ਸੰਸਾਰ ਵਿੱਚ ਲੋਕਾਂ ਨੂੰ ਜਾਤੀ ਦਾ ਹੀ ਬੜਾ ਗੁਮਾਨ ਹੈ, ਬੜਾ ਹੰਕਾਰ ਹੈ, ਅਤੇ ਹੁਣ ਤੋਂ ਨਹੀਂ, ਪੁਰਾਤਨ ਸਮੇਂ ਤੋਂ ਹੀ ਹੈ। ਇਸੇ ਕਰਕੇ ਭਗਤ ਜੀ ਨੇ ਕਿਹਾ ਕਿ ਬ੍ਰਾਹਮਣ ਤੂੰ ਆਪਣੇ ਆਪ ਨੂੰ ਬੜੀ ਉੱਚੀ ਜਾਤ ਦਾ ਸਮਝਦਾ ਹੈ, ਪਰ ਇੱਕ ਗੱਲ ਮੈਨੂੰ ਦੱਸ, ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ ਹੈ ਉਹਦੀ ਕੀ ਜਾਤ ਹੁੰਦੀ ਹੈ? ਉਸ ਵੇਲੇ ਉਸਦੀ ਕੋਈ ਜਾਤ ਨਹੀਂ ਹੁੰਦੀ। ਸਾਰੇ ਹੀ ਬੱਚੇ ਮਾਤਾ ਦੇ ਗਰਭ ਤੋਂ ਜਨਮ ਲੈਂਦੇ ਨੇ। ਗਰਭ ਕਿਸ ਗੱਲ ਦਾ ਹੈ, ਹੰਕਾਰ ਕਿਸ ਗੱਲ ਦਾ ਹੈ ਤੈਨੂੰ? ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਦੈਸੋ ਬ੍ਰਾਹਮਣ ਹੋਈ। ਕਹਿੰਦੇ ਅਸਲ ਵਿੱਚ ਬ੍ਰਾਹਮਣ ਤੇ ਉਹ ਹੈ ਜਿਹੜਾ ਪਰਮਾਤਮਾ ਨੂੰ ਪਛਾਣਦਾ ਹੈ, ਉਹੀ ਬ੍ਰਾਹਮਣ ਹੈ। ਬ੍ਰਾਹਮਣ ਦੇ ਘਰ ਪੈਦਾ ਹੋਣ ਦੇ ਨਾਲ ਕੋਈ ਬ੍ਰਾਹਮਣ ਨਹੀਂ ਬਣਦਾ। ਮਹਾਰਾਜ ਕਹਿੰਦੇ ਨੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚਲੇ ਬਹੁਤ ਵਿਕਾਰਾ। ਕਹਿੰਦੇ ਨੇ ਇਹ ਜਿਹੜਾ ਹੰਕਾਰ ਹੈ ਨਾ ਜਾਤੀ ਦਾ, ਇਸ ਤੋਂ ਬੜੇ ਵਿਕਾਰ ਪੈਦਾ ਹੋ ਜਾਂਦੇ ਨੇ ਜਦੋਂ ਮਨੁੱਖ ਆਪਣੇ ਆਪ ਨੂੰ ਦੂਜਿਆਂ ਤੋਂ ਸ੍ਰੇਸ਼ਟ ਸਮਝਣਾ ਸ਼ੁਰੂ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਜਾਨੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਇਹ ਜਾਤੀ ਅੱਗੇ ਨਹੀਂ ਜਾਂਦੀ। ਮਹਾਰਾਜ ਨੇ ਕਿਹਾ ਗਰਭ ਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਤੀ। ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕੇ ਜਨਮ ਮਤ ਖੋਏ। ਭਗਤ ਕਬੀਰ ਜੀ ਕਹਿੰਦੇ ਨੇ ਤੂੰ ਮੈਨੂੰ ਦੱਸ ਦੇ ਕਦ ਦਾ ਬ੍ਰਾਹਮਣ ਹੋ ਗਿਆ ਤੂੰ, ਅਤੇ ਐਵੇਂ ਇਸ ਹੰਕਾਰ ਦੇ ਵਿੱਚ ਆਪਣਾ ਜਨਮ ਜਿਹੜਾ ਹੈ ਉਸ ਨੂੰ ਵਿਅਰਥ ਨਾ ਗਵਾ। ਉਸ ਪਰਮਾਤਮਾ ਨੂੰ ਪਛਾਣਨ ਦਾ ਯਤਨ ਕਰ, ਤਾਂ ਹੀ ਤੂੰ ਬ੍ਰਾਹਮਣ ਹੋ ਸਕਦਾ ਹੈ ਜੇ ਬ੍ਰਹਮ ਨੂੰ ਪਛਾਣੇਗਾ। ਮਹਾਰਾਜ ਕਹਿੰਦੇ ਨੇ ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ, ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਕਹਿੰਦੇ ਨੇ ਅਸਲ ਦੇ ਵਿੱਚ ਉੱਥੇ ਜਦੋਂ ਲੇਖਾ ਹੁੰਦਾ ਹੈ ਕਰਮਾਂ ਦਾ, ਜਿਨ੍ਹਾਂ ਨੇ ਚੰਗੇ ਕਰਮ ਕੀਤੇ ਨੇ, ਉਸ ਲੇਖੇ ਦੇ ਵਿੱਚ ਉਹਨਾਂ ਨੂੰ ਹੀ ਉਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਇੱਜ਼ਤ ਮਿਲਦੀ ਹੈ। ਉਸ ਦਰਬਾਰ ਦੇ ਵਿੱਚ ਉਹਨਾਂ ਨੂੰ ਜਿਉ ਜਿਉ ਕਿਹਾ ਜਾਂਦਾ ਹੈ, ਉਹੀ ਚੰਗੇ ਗਿਣੇ ਜਾਂਦੇ ਨੇ। ਸੋ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ ਸਾਡੇ 'ਤੇ। ਸਾਨੂੰ ਜੋ ਉਪਦੇਸ਼ ਦਿੱਤਾ ਹੈ ਅਸੀਂ ਆਪਣੇ ਅਵਗੁਣਾਂ ਨੂੰ ਚਿਤਾਰੀਏ, ਨਾ ਸਮਝੀਏ ਕਿ ਅਸੀਂ ਪੂਰੇ ਹਾਂ, ਅਸੀਂ ਸਿਆਣੇ ਹਾਂ। ਨਾ ਸਮਝੇ ਅਸੀਂ ਜੋ ਚਾਹੇ ਕਰ ਸਕਦੇ ਹਾਂ, ਬੜਾ ਬਲ ਹੈ ਸਾਡੇ ਕੋਲ, ਬੜੀ ਬੁੱਧੀ ਹੈ ਸਾਡੇ ਕੋਲ। ਅਸਲ ਦੇ ਵਿੱਚ ਜਦੋਂ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਮੈਂ ਸ਼ਕਤੀਸ਼ਾਲੀ ਹਾਂ, ਮੈਂ ਸਭ ਕੁਝ ਕਰ ਸਕਦਾ ਹਾਂ, ਉਹੀ ਮਨੁੱਖ ਦੇ ਪਤਨ ਦਾ ਕਾਰਨ ਬਣਦਾ ਹੈ, ਉਹੀ ਮਨੁੱਖ ਨੂੰ ਧਰਮ ਦੇ ਮਾਰਗ ਤੋਂ ਥੱਲੇ ਡੇਗਦਾ ਹੈ। ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਨਿਰਮਾਣਤਾ ਦੇ ਵਿੱਚ ਆਉਣਾ ਹੈ, ਆਪਣੇ ਆਪ ਨੂੰ ਨੀਵਾਂ ਕਰਕੇ ਜਾਣਨਾ ਹੈ। ਉਸ ਅਕਾਲ ਪੁਰਖ ਨੇ ਜੋ ਕਰਨਾ ਹੈ ਉਸ ਨੂੰ ਮਿੱਠਾ ਕਰਕੇ ਮੰਨਣਾ ਹੈ, ਉਸ ਦੇ ਭਾਣੇ ਵਿੱਚ ਜਿਉਣਾ ਹੈ। ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਵਿੱਚ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੇ ਤਾਂ ਹਉ ਮੈਂ ਕਹਿਣਾ। ਇਹ ਜਿਹੜੀ ਸਾਡੀ ਹਉਮੈ ਹੈ ਨਾ ਵੱਡੇ ਹੋਣ ਦੀ, ਇਹ ਤਾਂ ਹੀ ਮੁੱਕੇਗੀ ਜੇ ਅਸੀਂ ਹੁਕਮ ਨੂੰ ਪਛਾਣਾਂਗੇ। ਉਸ ਅਕਾਲ ਪੁਰਖ ਦਾ ਹੁਕਮ ਸਾਰਿਆਂ 'ਤੇ ਚੱਲਦਾ ਹੈ, ਕੋਈ ਉਸ ਤੋਂ ਉੱਤੇ ਨਹੀਂ ਹੈ। ਜੇ ਅਸੀਂ ਆਪਣੇ ਆਪ ਨੂੰ ਉਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਇੱਜ਼ਤ ਨਾਲ ਲੈ ਕੇ ਜਾਣਾ ਹੈ, ਪਤ ਨਾਲ ਲੈ ਕੇ ਜਾਣਾ ਹੈ, ਆਪਣੇ ਇਹ ਜਨਮ ਨੂੰ ਸਫਲ ਕਰਨਾ ਹੈ, ਤੇ ਆਓ ਆਪਣੇ ਮਨ ਦੇ ਹਨੇਰੇ ਨੂੰ ਦੂਰ ਕਰੀਏ, ਗੁਰਬਾਣੀ ਦੇ ਸ਼ਬਦ ਦਾ ਪ੍ਰਕਾਸ਼ ਕਰੀਏ, ਗੁਰੂ ਦੇ ਹੁਕਮ ਨੂੰ ਮੰਨੀਏ। ਜੋ ਕੁਝ ਸੁਣਦੇ ਹਾਂ, ਪੜ੍ਹਦੇ ਹਾਂ, ਉਸ ਨੂੰ ਮਨ ਵਿੱਚ ਵਸਾ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਦਾ ਯਤਨ ਕਰੀਏ। ਕਿਉਂਕਿ ਮਹਾਰਾਜ ਨੇ ਜਿਵੇਂ ਦੱਸਿਆ ਹੈ ਕਲਯੁਗ ਦਾ ਸਮਾਂ ਬੜਾ ਭਿਆਨਕ ਸਮਾਂ ਹੈ। ਕਦਮ ਕਦਮ ਤੋਂ ਅਸੀਂ ਥਿੜਕਦੇ ਹਾਂ, ਬੁਰਾਈਆਂ ਸਾਨੂੰ ਘੇਰਦੀਆਂ ਨੇ। ਇਹ ਜਿਹੜੇ ਵਿਕਾਰ ਨੇ ਇਹ ਸਾਨੂੰ ਦਬਾਉਣ ਦਾ ਯਤਨ ਕਰਦੇ ਨੇ, ਪਰ ਜੇ ਮਨ ਦੇ ਵਿੱਚ ਗੁਰੂ ਦਾ ਸ਼ਬਦ ਹੈ, ਗੁਰੂ ਦੀ ਓਟ ਹੈ, ਗੁਰੂ ਦਾ ਆਸਰਾ ਹੈ, ਫਿਰ ਇਹ ਵਿਕਾਰ ਸਾਡਾ ਕੁਝ ਨਹੀਂ ਵਿਕਾਰ ਸਕਦੇ।
ਜਿਸ ਦਿਨ ਸਾਡੇ ਮਨ ਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਨਾਮ ਦਾ ਪ੍ਰਕਾਸ਼ ਹੋ ਗਿਆ, ਸਾਡੇ ਅੰਦਰੋਂ ਇਹ ਜਿਹੜੇ ਚੋਰ ਨੇ ਆਪੇ ਹੀ ਦੌੜ ਜਾਣਗੇ। ਸਤਿਗੁਰ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਦੇ ਹਿਰਦੇ ਵਿੱਚ ਬਾਣੀ ਦਾ ਪ੍ਰਕਾਸ਼ ਕਰਨ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।